So another question based on the topic null sequences. We have to prove that the sequence n raised to power alpha upon e raised to power n beta, this sequence where beta is greater than 0, beta is positive, beta is greater than 0 is a null sequence. We have to prove this sequence as a null sequence. So to prove this sequence as a null sequence, we again use the criteria of squeeze principle. Squeeze principle ਜਿਹੜਾ ਕਿ ਸਾਨੂੰ ਇਹ ਕਹਿੰਦਾ ਸੀਗਾ squeeze principle, which says if you have a sequence an for which you have to find its limit, then find the two sequences, one is on the left side and other is on the right side, and if both these sequences converging to the same limit, then your an will also converge to the same limit. So इस principle ਦੀ help ਨਾਲ ਇਸ question ਨੂੰ ਆਪਾਂ prove ਕਰਨਾ ਹੈਗਾ ਕਿ ਇਹ null sequence form ਕਰ ਰਿਹਾ ਹੈ. ਸੋ ਇੱਕ ਸੀਕੁਐਂਸ ਲੈਫਟ ਸਾਈਡ ਤੇ ਔਰ ਇੱਕ ਸੀਕੁਐਂਸ ਰਾਈਟ ਸਾਈਡ ਤੇ ਅਸੀਂ ਪਤਾ ਕਰਨੀ ਹੈ. ਸੋ ਉਹਦੇ ਲਈ ਅਸੀਂ ਕਿਵੇਂ ਕੈਲਕੂਲੇਟ ਕਰਨਾ ਹੈਗਾ, ਲੈਟ ਅਸ ਸੀ, ਬਿਕਾਜ਼ ਸਾਨੂੰ ਉੱਪਰ ਨਿਊਮਰੇਟਰ ਦੇ ਵਿੱਚ ਗਿਵਨ ਹੈਗਾ n raised to power alpha, and obviously it is greater than 0 as n is a natural number. ਸੋ ਅਲਫਾ ਚਾਹੇ ਤੁਹਾਡਾ ਨੈਗੇਟਿਵ ਵੀ ਹੋਵੇ, ਬਟ ਜੇ ਬੇਸ ਤੁਹਾਡਾ ਪੋਜ਼ਿਟਿਵ ਹੈਗਾ ਤਾਂ ਪਾਵਰ ਚਾਹੇ ਕੁਛ ਮਰਜ਼ੀ ਹੈ, ਫਿਰ ਇਹ ਆਨਸਰ ਪੋਜ਼ਿਟਿਵ ਹੀ ਆਊਗਾ. Similarly, e raised to power n beta, and you are provided beta is greater than 0. So ਇਹ sure ਹੈਗਾ ਕਿ ਜੇ beta greater than 0 ਹੈ, ਇਹ ਤਾਂ ਦਿੱਤਾ ਗਿਆ ਕਿਉਂਕਿ ਇਹ ਪਾਵਰ ਜਿਹੜੀ ਹੈ e ਦੀ ਇਹ ਪੋਜ਼ਿਟਿਵ ਪਾਵਰ ਹੋਗੀ. That means ਇਹ ਡਿਨੋਮੀਨੇਟਰ ਦੇ ਵਿੱਚ ਹੀ ਰਿਟੇਨ ਰਹੇਗਾ, ਇਹ ਨਿਊਮਰੇਟਰ ਦੇ ਵਿੱਚ ਨਹੀਂ ਜਾਏਗਾ. ਬਟ ਹੈਗਾ ਤਾਂ ਇਹ ਵੀ ਪੋਜ਼ਿਟਿਵ ਹੀ ਹੈ, e ਦੀ ਐਨੀ ਪਾਵਰ ਤੁਸੀਂ ਕਰੋ ਤਾਂ ਇਹ ਵੀ ਪੋਜ਼ਿਟਿਵ ਹੀ ਹੁੰਦਾ. ਸੋ ਦੋਵੇਂ ਨਿਊਮਰੇਟਰ ਵੀ ਔਰ ਡਿਨੋਮੀਨੇਟਰ ਵੀ ਦੋਵੇਂ ਕੁਆਂਟੀਟੀਜ਼ ਅਗਰ ਪੋਜ਼ਿਟਿਵ ਹੈ ਤਾਂ ਇਟ ਮੀਨਸ ਜਿਹੜਾ whole term है n alpha upon e n beta, this is also positive for every n belonging to natural number. So it means ਅਸੀਂ ਇੱਕ ਜਿਹੜੀ left side ਵਾਲੀ sequence ਹੈ ਉਹ ਤਾਂ determine ਕਰ ਲਈ, that is n alpha over e n beta. Now we have to find its right hand side ਕਿ ਉਰੇ ਕਿਹੜੀ sequence ਅਸੀਂ fit ਕਰ ਸਕਦੇ ਹਾਂ, because null sequence ਬਣਾਉਣਾ ਹੈਗਾ. So null sequence ਦੇ ਲਈ left side ਤੇ ਇਹੋ ਜੀ sequence ਚਾਹੀਦੀ ਸੀ ਜਿਹੜੀ 0 ਨੂੰ converge ਕਰੇ. ਸੋ 0 ਹੀ ਅਗਰ ਆ ਗਿਆ ਤਾਂ ਆਬਵੀਅਸਲੀ ਇਹ 0 ਨੂੰ ਹੀ ਕਨਵਰਜ ਕਰ ਰਿਹਾ. ਸੋ ਹੁਣ ਰਾਈਟ ਸਾਈਡ ਤੇ ਵੀ ਇਹੋ ਜਿਹਾ ਸੀਕੁਐਂਸ ਫਾਈਂਡ ਕਰਨਾ ਹੈ ਜਿਹੜਾ 0 ਨੂੰ ਕਨਵਰਜ ਕਰੇਗਾ. ਤੇ ਹੁਣ ਉਸ ਦੇ ਲਈ ਦੇਖੋ ਕਿਵੇਂ ਕੈਲਕੂਲੇਸ਼ਨ ਕਰਨੀ ਹੈ. ਅਸੀਂ ਰਾਈਟ ਸਾਈਡ ਦੇ ਲਈ ਅਸੀਂ ਜਿਹੜੀ ਇਹ ਟਰਮ ਹੈ ਸਾਡੇ ਕੋਲ e raised to power n beta, ਇਹਨੂੰ ਪਿਕ ਕਰਾਂਗੇ. e raised to power n beta ਇਹਦੀ ਐਕਸਪੈਂਸ਼ਨ ਲਿਖਾਂਗੇ. ਸੋ ਇਸ ਦੀ ਐਕਸਪੈਂਸ਼ਨ ਦੇ ਲਈ ਟੇਲਰਸ ਥਿਊਰਮ ਦੀ ਹੈਲਪ ਨਾਲ ਅਸੀਂ ਇਹ ਡਿਰਾਈਵ ਕਰ ਲੈਣੇ ਹੁੰਦੇ ਆ. ਇਸ ਦੀ ਐਕਸਪੈਂਸ਼ਨ ਹੁੰਦੀ ਹੈ ex is equals to 1 plus x square by 2 factorial, x cube by 3 factorial and so on, and this is up to infinity. ਇਹ infinity ਤੱਕ ਇਹ ਜਾਂਦੀ ਹੈਗੀ ਹੈ. ਸੋ x ਉਰੇ ਆਪਣੇ ਕੋਲ ਕੀ ਬਣ ਗਿਆ ਹੈਗਾ ਇਸ ਦੇ ਅਕੋਰਡਿੰਗ n beta. So we have 1 plus n beta, n square beta square by 2 factorial, n cube beta cube by 3 factorial and so on, and this expansion goes to up to infinity. Now ਜਿਵੇਂ ਅਸੀਂ ਕੱਲ ਕਿਹਾ ਸੀਗਾ ਕਿਉਂਕਿ e n beta ਡਿਨੋਮੀਨੇਟਰ ਦੇ ਵਿੱਚ ਹੈਗਾ, ਸੋ ਜਦੋਂ ਇਸ ਦਾ ਰੈਸੀਪ੍ਰੋਕਲ ਅਸੀਂ ਕਰਾਂਗੇ, ਠੀਕ ਹੈ, ਤਾਂ ਸਾਨੂੰ ਕੀ ਕਰਨਾ ਹੈ, ਬਿਕਾਜ਼ ਸਾਡਾ ਟਾਰਗੇਟ ਇਹ ਸੀਗਾ ਕਿ n alpha by e n beta ਇਸ ਤੋਂ ਲੈਸ ਦੈਨ ਔਰ ਇਕੁਅਲ ਟੂ ਇੱਕ ਸੀਕੁਐਂਸ ਅਸੀਂ ਫਾਈਂਡ ਕਰੀਏ. ਸੋ e n beta ਨੂੰ ਜਦੋਂ ਅਸੀਂ ਡਿਨੋਮੀਨੇਟਰ 'ਚ ਸ਼ਿਫਟ ਕਰਨਾ ਹੈ ਤਾਂ ਲੈਸ ਦੈਨ ਔਰ ਇਕੁਅਲ ਟੂ ਸਾਨੂੰ ਚਾਹੀਦਾ ਹੈ. So that means we have to find a term out of it, ਕਿਉਂਕਿ ਇਹ ਸਾਰੀਆਂ ਟਰਮਸ ਦਾ ਸਮ ਹੈਗਾ. ਇੱਕ ਇਹੋ ਜੀ ਟਰਮ ਅਸੀਂ ਪਿਕ ਕਰਨੀ ਹੈ ਕਿਉਂਕਿ ਆਬਵੀਅਸਲੀ ਕੱਲੀ ਟਰਮ ਤੋਂ ਇਹ ਗ੍ਰੇਟਰ ਦੈਨ ਇਕੁਅਲ ਟੂ ਤਾਂ ਹੋਏਗਾ ਹੀ ਹੋਏਗਾ. ਤਾਂ ਇੱਕ ਇਹੋ ਜੀ ਟਰਮ ਅਸੀਂ ਪਿਕ ਕਰਨੀ ਹੈ ਜਿਹਦੇ ਲਈ ਆਪਾਂ ਇਸ ਨੂੰ ਜਿਹੜੀ ਇੱਧਰਲੀ ਸਾਈਡ ਸੀਕੁਐਂਸ ਆਏਗੀ ਉਹਨੂੰ ਆਪਾਂ 0 ਨੂੰ ਅਪਰੋਚ ਕਰਦਾ ਹੋਇਆ ਬਣਾ ਸਕੀਏ. ਔਰ ਮੈਂ ਗ੍ਰੇਟਰ ਦੈਨ ਔਰ ਇਕੁਅਲ ਟੂ ਫਾਰਮ ਦੇ ਵਿੱਚ ਹੀ ਕਿਉਂ ਐਕਸਪੈਕਟ ਕਰ ਰਿਹਾ, ਬਿਕਾਜ਼ ਜਦੋਂ ਅਸੀਂ ਇਹਨਾਂ ਦਾ ਰੈਸੀਪ੍ਰੋਕਲ ਕਰਨਾ ਹੈ ਇਹ ਆਪਣੇ ਆਪ ਕਿਸ ਕਨਵਰਟ ਹੋ ਜਾਏਗਾ, ਲੈਸ ਦੈਨ ਔਰ ਇਕੁਅਲ ਟੂ. ਸੋ ਹੁਣ ਉਹ ਇੱਕ ਟਰਮ ਕਿਹੋ ਜੀ ਹੋਣੀ ਚਾਹੀਦੀ ਹੈ, ਜਿਵੇਂ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਗੱਲ ਹੋਈ ਸੀਗੀ, ਬਿਕਾਜ਼ ਇਹਦਾ ਨਿਊਮਰੇਟਰ ਕੀ ਹੈ n raised to power alpha. ਸੋ ਅਸੀਂ ਇਹੋ ਜਿਹਾ ਉਰੇ ਪਲਾਨ ਕਰੀਏ ਕਿ ਜਦੋਂ n raised to power alpha ਆਪਾਂ ਯੂਜ਼ ਕਰੀਏ ਇਹਦੇ ਵਿੱਚ, ਜਦੋਂ ਰੈਸੀਪ੍ਰੋਕਲ ਕਰਾਂਗੇ ਤਾਂ n alpha ਜਿਹੜਾ ਹੈਗਾ ਉਹ ਇਹਦੇ ਨਿਊਮਰੇਟਰ ਦੇ ਵਿੱਚ ਆ ਜਾਏਗਾ, ਔਰ ਇੱਧਰ ਘੱਟੋ ਘੱਟ n ਦੀ ਇੱਕ ਪਾਵਰ ਜਿਹੜੀ ਹੈਗੀ ਹੈ ਉਹ ਆਪਣੇ ਕੋਲ ਬਚੀ ਰਹਿ ਜੇ.
ठीक है, अल्फा बाहर कड्डन तो बाद n घट्टो घट एक उरे बचिया रह जाए, क्योंकि जो ਅਸੀਂ डिनोमीनेटर च ਇਹਨੂੰ लेके जावांगे सो ये 1/n होएगा और 1/n अप्रोच किनू करेगा फिर 0 ਨੂੰ। ਹੁਣ देखो की चीज किवें करनी है। ਹੁਣ एक गल होर ਜਿਹੜੀ ਉਰੇ डाउटफुल हैगी है ਇਹ, बिकॉज अल्फा ਜਿਹੜਾ है ये ਸਾਡੇ ਕੋਲ अल्फा बारे कोई इन्फॉर्मेशन नहीं है, whether अल्फा कैन बी नेचुरल नंबर, whether it can be 2 3 4 कुछ भी हो सकता है, और it can be in the fraction also, अल्फा कैन बी 1/2, अल्फा कैन बी 5/2, एनीथिंग 6/5, एनीथिंग कुछ भी हो सकता है अल्फा की वैल्यू। ਜੇ ਤਾਂ ਅਲਫਾ 2 3 4 ਦੇ ਵਿੱਚੋਂ ਹੋਇਆ ਫਿਰ ਤਾਂ ਐਗਜ਼ੈਕਟਲੀ ਆ ਪਾਵਰਸ ਚੱਲਦੀਆਂ ਪਈਆਂ ਨੇ, 2 3 n ਸਕੁਅਰ ਵੀ ਹੈ, n ਕਿਊਬ ਵੀ ਹੈ, n 4 ਵੀ ਹੈ। ਬਟ ਜੇ ਹੋਇਆ ਫ੍ਰੈਕਸ਼ਨ ਦੇ ਵਿੱਚ ਫਿਰ ਉਰੇ ਕਿਤੇ ਵੀ ਅਲਫਾ ਪਾਵਰ ਤੁਹਾਨੂੰ ਨਹੀਂ ਨਜ਼ਰ ਆਏਗੀ ਇਸ ਐਕਸਪੈਂਸ਼ਨ ਦੇ ਵਿੱਚ, ਕਿਉਂਕਿ ਇਸ ਐਕਸਪੈਂਸ਼ਨ ਦੇ ਵਿੱਚ ਸਾਰੀਆਂ ਪਾਵਰਸ ਕਿਹੜੀਆਂ ਨੇ 1 2 3 ਇੰਟੀਜਰ ਫਾਰਮ ਦੇ ਵਿੱਚ ਹੈ। ਜੇ ਅਲਫਾ ਦੀ ਵੈਲਿਊ ਫ੍ਰੈਕਸ਼ਨ ਚ ਹੋਈ ਉਹ ਤੁਹਾਨੂੰ ਫਿਰ ਉਰੇ ਨਹੀਂ ਨਜ਼ਰ ਆਏਗਾ। ਤਾਂ ਉਹਦਾ ਕੀ ਮੈਥਡ ਹੈ, ਜਿਵੇਂ ਮੈਂ ਇੱਕ ਐਗਜ਼ਾਮਪਲ ਉਰੇ ਕੋਟ ਕਰ ਲੈਣਾ। ਸਪੋਜ਼ ਅਲਫਾ ਆਪਣੇ ਕੋਲ ਹੈਗਾ ਸਮਥਿੰਗ, suppose this is 99/2, suppose anything, I am taking the value of alpha, and this is approximately 99/2 will be this is equals to 49.5, this is 49.5। so ਉਰੇ 49.5 ਤਾਂ ਨਹੀਂ ਹੋਏਗਾ ਪਾਵਰਸ ਦੇ ਵਿੱਚ ਕਿਤੇ ਵੀ, ਬਟ 49.5 ਤੋਂ ਬਾਅਦ ਜਿਹੜਾ ਇੰਟੀਜਰ ਆਂਦਾ that is 50 ਲੈ लो, 51 ਲੈ लो, 52 ਲੈ लो, ये सारे नंबर्स ऐसे हैं जेडे कि इस 49.5 तो वड्डे हैं, और ये सारे उरे होणगे बिकॉज ये एक्सपेंशन अप टू इनफिनिटी तक जा रही है। सो मैं नैक्सट स्टैप दे विच की लिखण लग्या हैगा, लेट अस सी कि असी जेडी टर्म ਇਹਦੇ ਵਿੱਚੋਂ पिक ਕੀਤੀ ਉਹ ਸੀ n रेज़ टू पावर m ओवर इनटू बीटा रेज़ टू पावर m ओवर m फैक्टोरियल, and this n रेज़ टू पावर m, this m is greater than alpha plus 1, बीटा नु चाहे एज इट इज रहन दो। मैं की किता कि ये जेड़ा m मैं सिलेक्ट किया वो इन्हां विचों सिलेक्ट किया या 50 और उन्हें मैं अल्फा प्लस 1 लिखा है, तो यदा मतलब इस जे प्लस 1 करिए असी, अल्फा की वैल्यू जो 49.5 है, अल्फा प्लस 1 अगर करिए इट विल बी 50.5। सो इट मीनस m की वैल्यू जी हैगी है वो मैं एटलीस्ट 51 चूज करांगा, 50 भी नहीं 51 चूज करांगा, 51 कर लिए या 52 कर लिए, एनीथिंग वो तुहाडी मर्जी है। सो m इहो जा नंबर है, पूरे मैं लिख रहा वेयर m इज ग्रेटर देन अल्फा प्लस 1, m इहो जा नंबर है जिहड़ा अल्फा प्लस 1 तो ग्रेटर है। ये मैं जान के एवें किता हैगा, इसका यूज असी अगले स्टेप दे विच कर लेना हैगा। सो नाउ वी हैव दिस रिलेशन e n बीटा upon this one is erased, ये बाद च लगाना आपा, e n बीटा is greater than or equal to n alpha plus 1 upon m factorial into beta m, this one। इनू विचों हुण स्किप कर दिता और इहदे नाल डायरेक्ट कनैक्शन इहदा बना लिया है। सो e n बीटा और इहदे ये क्योंकि डिनोमिनेटर दे विच है क्वांटिटी, सो टेकिंग रेसिप्रोकल ऑन बोथ साइड्स we will have less than or equal to m factorial n raised to power alpha plus 1 beta power m। now multiplying both sides by beta n raised to power alpha, क्योंकि न्यूमरेटर दे विच n raised to power alpha सानू required है। so multiplying both sides by n raised to power alpha, it will be m factorial into n raised to power alpha n raised to power alpha plus 1 beta m, beta m, और n raised to power alpha उरोदी नीचे ही आना सी, डिनोमिनेटर। सो n raised to power alpha कैंसिल हो गया, सो वी हैव m फैक्टोरियल ओवर n बीटा raised to power। सो ताई करके अल्फा प्लस 1 के ऊपर असी फोकस किया ताकि n raised to power alpha कैंसिल हो गया एंड रिमेनिंग घट्टो घट एक पावर n की जिहड़ी है वो रह जाए अपने को। हुण इहदा मतलब असी की फाइंड कर लिया, पहला असी वेरीफाई किया ये 0 तो ग्रेटर देन है, एंड हुण असी फाइंड किया इस तो ये लैस देन है, दिस इज m फैक्टोरियल। सो इट्स लैफ्ट हैंड साइड जी सीक्वेंस है bn ये भी 0 ਨੂੰ अप्रोच कर रही है, और जी राइट हैंड साइड है ये भी 0 ਨੂੰ अप्रोच कर रही है whenever you take n approaches infinity, because n उरे डिनोमिनेटर दे विच है, you can see here। सो दोवें साइड्स ते जिहड़ियां सीक्वेंसेस हैं वो अगर 0 ਨੂੰ अप्रोच कर रही हैं, सो दैट्स व्हाई n अल्फा by e n बीटा also approaches to 0। दिस इज द क्वेश्चन करांगा। द नेक्स्ट क्वेश्चन इज
we have the sequence an is equals to under root 1 by under root n square plus 1 plus 1 by under root n square plus 2 plus 1 by so on under root n square plus n. This is the sequence and we have to prove that it converges to 1. ये 1 ਨੂੰ ਕਨਵਰਜ ਕਰਦੀ ਹੈ, ਇਹ ਅਸੀਂ ਪ੍ਰੂਫ ਕਰਨਾ ਹੈ। ਸੋ ਇਸ ਚ ਵੀ ਅਸੀਂ ਸਕੁਈਜ਼ ਪ੍ਰਿੰਸੀਪਲ ਦੀ ਹੈਲਪ ਲਵਾਂਗੇ। ਤਾਂ ਦੋਵੇਂ ਸਾਈਡਸ ਤੇ ਇਸ ਦੇ ਇੱਕ ਇਹੋ ਜੀ ਸੀਕੁਐਂਸ ਬਣਾਵਾਂਗੇ, bn ਵੀ ਜਿਹੜਾ ਅਸੀਂ ਬਣਾਵਾਂਗੇ an ਦੇ ਔਰ cn ਵੀ ਜਿਹੜਾ ਬਣਾਵਾਂਗੇ ਇਹ ਵੀ 1 ਨੂੰ ਕਨਵਰਜ ਕਰੇਗਾ ਔਰ ਇਹ ਵੀ ਸਾਡਾ 1 ਨੂੰ ਕਨਵਰਜ ਕਰੇਗਾ। ਦੈਨ ਫਿਰ ਆਟੋਮੈਟਿਕਲੀ a ਹੈ ਜਿਹੜਾ ਉਹ ਵੀ 1 ਨੂੰ ਕਨਵਰਜ ਕਰੇਗਾ। ਸੋ ਇਸ ਤਰ੍ਹਾਂ ਅਸੀਂ ਇਹਨੂੰ ਕਰਨਾ ਹੈਗਾ। ਸੋ ਕਿਵੇਂ ਡੀਲ ਕਰਨਾ ਹੈ ਨਾ ਕੁਐਸਚਨਸ ਨੂੰ। ਇਸ ਦੇ ਵਿੱਚ ਅਗਰ ਅਸੀਂ ਦੇਖੀਏ ਜਿੰਨੀਆਂ ਵੀ ਟਰਮਸ ਹੈ ਆਪਣੇ ਕੋਲ, ਜਿਵੇਂ ਰੂਟ n ਸਕੁਅਰ ਪਲੱਸ 1 ਹੈ, ਰੂਟ n ਸਕੁਅਰ ਪਲੱਸ 2 ਹੈ ਐਂਡ ਸੋ ਔਨ ਰੂਟ n ਸਕੁਅਰ ਪਲੱਸ n, ਇਹ ਸਾਰੀਆਂ ਟਰਮਸ ਹੈ। ਜੇਕਰ ਅਸੀਂ ਦੇਖਣਾ ਹੋਵੇ ਕਿਹੜੀ ਟਰਮ ਸਮਾਲਰ ਹੈ ਔਰ ਕਿਹੜੀ ਟਰਮ ਗ੍ਰੇਟਰ ਹੈ ਤਾਂ ਆਬਵੀਅਸਲੀ ਇਹ ਚੀਜ਼ ਹੈ, ਬਿਕੋਜ਼ ਇਸ ਚ n ਸਕੁਅਰ ਦੇ ਵਿੱਚ ਪਲੱਸ 1 ਹੈ, ਇਸ ਚ n ਸਕੁਅਰ ਚ ਪਲੱਸ 2 ਹੈ। ਸੋ ਦਿਸ ਇਜ਼ ਦ ਰਿਲੇਸ਼ਨ ਬਿਟਵੀਨ these terms, root n square plus 1 less than or equal to root n square plus 2 less than or equal to, ਇੱਥੇ ਲਿਖ ਸਕਦੇ ਹੋ ਫਰਦਰ ਅਗਰ ਅਗਲੀ ਟਰਮ ਲਿਖਣੀ ਹੈ, root n square plus 3 and so on. ਸੋ ਬਿਕਾਜ਼ ਇਹਨਾਂ ਦੇ ਵਿੱਚ ਇਹ ਰਿਲੇਸ਼ਨ ਹੈ ਔਰ ਜੇਕਰ ਆਪਾਂ ਇਹਨਾਂ ਟਰਮਸ ਦਾ ਕਰੀਏ ਰੈਸੀਪ੍ਰੋਕਲ, ਇਫ ਆਈ ਰੈਸੀਪ੍ਰੋਕੇਟ ਈਚ ਟਰਮ then ਇਹ ਜਿਹੜੀਆਂ ਇਨਇਕੁਐਲਿਟੀਜ਼ ਹੈ ਇਹ ਰਿਵਰਸ ਹੋ ਜਾਣਗੀਆਂ, ਐਵੇਂ ਬਣ ਜਾਊਗਾ। it will be greater than or equal to 1 by root n square plus 3 greater than or equal to so on root n square plus n। हर एक टर्म ਦਾ ਰੈਸੀਪ੍ਰੋਕਲ ਜੇ ਕਰੋਗੇ less than or equal to ਚੇਂਜ ਹੋ ਜਾਏਗਾ greater than or equal to ਦੇ ਵਿੱਚ। ਸੋ ਹੁਣ ਅਸੀਂ ਇਹੀ ਕੰਮ ਕਰਨਾ ਹੈ, ਇੱਕ ਸੀਕੁਐਂਸ ਐਸੀ ਫਾਈਂਡ ਕਰਨੀ ਹੈ ਜਿਸ ਤੋਂ an ਆਪਣਾ greater than ਹੋਵੇ ਔਰ ਇੱਕ ਇਹੋ ਜੀ ਫਾਈਂਡ ਕਰਨੀ ਹੈ ਜਿਸ ਤੋਂ an ਆਪਣਾ less than ਹੋਵੇ। ਸੋ ਉਰੇ ਅਸੀਂ ਦੇਖ ਸਕਦੇ ਹਾਂ ਇਸ ਸੀਕੁਐਂਸ ਦੀ ਹਰੇਕ ਟਰਮ, ਜਿੰਨੀਆਂ ਵੀ ਟਰਮਸ ਆਪਾਂ ਇਸ ਸੀਕੁਐਂਸ ਦੀਆਂ ਲਿੱਤੀਆਂ ਨੇ ਇਹਦੇ ਵਿੱਚ ਜਿੰਨੀਆਂ ਵੀ ਗਿਵਨ ਹੈ ਸਾਨੂੰ, ਹਰੇਕ ਟਰਮ ਕਿਸ ਤੋਂ ਲੈਸ ਦੈਨ ਹੈਗੀ ਆ, ਤੁਸੀਂ ਚੈੱਕ ਕਰ ਸਕਦੇ ਹੋ ਇਸ ਨੰਬਰ ਤੋਂ ਲੈਸ ਦੈਨ ਔਰ ਇਕੁਅਲ ਟੂ ਹੈ। ਔਰ ਕਿਸ ਤੋਂ ਗ੍ਰੇਟਰ ਹੈ, ਇਸ ਟਰਮ ਤੋਂ ਹਰੇਕ ਟਰਮ ਗ੍ਰੇਟਰ ਹੈ, ਇਸ ਟਰਮ ਤੋਂ ਹਰੇਕ ਟਰਮ ਛੋਟੀ ਹੈ ਔਰ ਇਸ ਟਰਮ ਤੋਂ ਹਰੇਕ ਟਰਮ ਜਿਹੜੀ ਹੈ ਸੀਕੁਐਂਸ ਦੇ ਵਿੱਚ ਉਹ ਵੱਡੀ ਹੈ। ਸੋ ਇਸੇ ਕਰਕੇ ਮੈਂ ਦੇਖੋ ਕੀ ਲਿਖ ਰਿਹਾ ਹੈਗਾ ਕਿ ਜਿਹੜਾ ਸਾਡਾ an ਹੈ ਉਹ ਲੈਸ ਦੈਨ ਔਰ ਇਕੁਅਲ ਟੂ ਹੋ ਗਿਆ, ਫਸਟ ਟਰਮ ਮੈਂ ਐਜ਼ ਇਟ ਇਜ਼ ਹੀ ਲਿਖਤੀ 1 ਬਾਈ ਰੂਟ n ਸਕੁਅਰ ਪਲੱਸ 1, ਸੈਕੰਡ ਟਰਮ ਕਿਸ ਤੋਂ ਲੈਸ ਦੈਨ ਹੈਗੀ, ਇਸੇ ਤੋਂ ਹੀ 1 ਬਾਈ ਰੂਟ n ਸਕੁਅਰ ਪਲੱਸ 1, nth ਟਰਮ ਵੀ ਕਿਸ ਤੋਂ ਲੈਸ ਦੈਨ ਔਰ ਇਕੁਅਲ ਟੂ ਹੈਗੀ 1 ਬਾਈ ਰੂਟ n ਸਕੁਅਰ ਪਲੱਸ 1। ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਹਰੇਕ ਟਰਮ ਜਿਹੜੀ ਹੈ ਸਾਡੇ ਕੋਲ, ਚਾਹੇ ਉਹ n ਸਕੁਅਰ ਪਲੱਸ 2 ਹੈ, ਚਾਹੇ ਉਹ n ਸਕੁਅਰ ਪਲੱਸ 3 ਹੈ, ਚਾਹੇ ਉਹ n ਸਕੁਅਰ ਪਲੱਸ n ਹੈ, ਇਸ ਤੋਂ ਲੈਸ ਦੈਨ ਔਰ ਇਕੁਅਲ ਟੂ ਹੈ। ਹੋਰ ਪ੍ਰੀਸਾਈਜ਼ ਕਰ ਦੇਣਾ ਮੈਂ, ਉਰੇ ਕੰਪੈਰੀਜ਼ਨ ਮੈਂ ਪੁੱਟ ਕਰਕੇ ਦਿਖਾ ਦੇਣਾ, ਉਰੋਂ ਜ਼ਿਆਦਾ ਈਜ਼ੀਲੀ ਐਕਸਪਲੇਨ ਹੋ ਜਾਂਦਾ ਜੇ ਆਪਾਂ ਉਰੇ ਪੁੱਟ ਕਰ ਦਈਏ। ਲੈਟ ਅਸ ਸੀ, ਦੇਖੋ ਇਸ ਦੇ ਵਿੱਚ ਹੁਣੀ ਅਸੀਂ ਚੈੱਕ ਕੀਤਾ ਕਿ ਹਰੇਕ ਟਰਮ ਜਿਹੜੀ ਹੈ ਪਹਿਲਾਂ ਤਾਂ ਇਹ ਐਜ਼ ਇਟ ਇਜ਼ ਦੀ ਕਾਪੀ ਹੋ ਗਿਆ, ਜਿਹੜਾ ਇਹ 1 ਬਾਈ ਰੂਟ n ਸਕੁਅਰ ਪਲੱਸ 2 ਹੈ ਇਹ ਲੈਸ ਦੈਨ ਔਰ ਇਕੁਅਲ ਟੂ ਹੈ ਇਸ ਤੋਂ 1 ਬਾਈ ਰੂਟ n ਸਕੁਅਰ ਪਲੱਸ 1 ਤੋਂ ਐਂਡ ਸੋ ਔਨ, ਜਿਹੜਾ ਇਹ ਹੈਗਾ ਇਹ ਇਸ ਤੋਂ ਲੈਸ ਦੈਨ ਔਰ ਇਕੁਅਲ ਟੂ 1 ਬਾਈ ਰੂਟ n ਸਕੁਅਰ ਪਲੱਸ 1 ਤੋਂ। ਤਾਂ ਕੱਲੀ ਟਰਮ ਦਾ ਕੰਪੈਰੀਜ਼ਨ ਹੋਇਆ, ਇਹਨੂੰ ਤਾਂ ਐਜ਼ ਇਟ ਇਜ਼ ਕਾਪੀ ਕਰ ਲਿਆ ਬਟ ਇਹ ਇਸ ਤੋਂ ਛੋਟੀ ਹੈ ਤਾਂ ਇਹਦੀ ਜਗ੍ਹਾ ਇਹਨੂੰ ਪੁੱਟ ਕਰਤਾ, ਇਹ ਇਸ ਤੋਂ ਛੋਟੀ ਹੈ, ਸਾਰੀਆਂ ਟਰਮਸ ਇੱਕੋ ਹੀ ਟਰਮ ਤੋਂ ਛੋਟੀਆਂ ਸੀ, ਸੋ ਲੈਸ ਦੈਨ ਔਰ ਇਕੁਅਲ ਟੂ ਸਾਰਿਆਂ ਵਾਸਤੇ ਕਾਮਨਲੀ ਅਸੀਂ ਯੂਜ਼ ਕਰ ਲਿਆ ਹੈਗਾ। ਸੋ ਇਹ ਆਪਣੇ ਕੋਲ ਫਿਰ ਕੀ ਬਣ ਗਿਆ ਹੈਗਾ, ਯੂ ਕੈਨ ਸੀ ਇਹ ਕਿੰਨੇ ਟਾਈਮਸ ਐਡ ਹੋਗੀ ਸੇਮ ਟਰਮ n ਟਾਈਮਸ, ਸੋ an ਵਿਲ ਬੀ ਲੈਸ ਦੈਨ ਔਰ ਇਕੁਅਲ ਟੂ n ਬਾਈ ਰੂਟ n ਸਕੁਅਰ ਪਲੱਸ 1। ਹੁਣ ਜਿਵੇਂ ਅਸੀਂ ਲੈਸ ਦੈਨ ਔਰ ਇਕੁਅਲ ਟੂ ਦਾ ਫਾਈਂਡ ਕੀਤਾ ਹੈ ਉਵੇਂ ਹੀ ਅਸੀਂ ਗ੍ਰੇਟਰ ਦੈਨ ਔਰ ਇਕੁਅਲ ਟੂ ਵਾਸਤੇ ਵੀ ਫਾਈਂਡ ਕਰਾਂਗੇ। ਹੁਣ ਗ੍ਰੇਟਰ ਦੈਨ ਔਰ ਇਕੁਅਲ ਟੂ ਵਾਸਤੇ ਸਾਡੇ ਕੋਲ ਕੀ ਅਵੇਲੇਬਲ ਹੈਗਾ ਕਿ ਹਰੇਕ ਟਰਮ ਸਾਡੀ ਇਸ ਟਰਮ ਤੋਂ ਵੱਡੀ ਹੈ, ਰੂਟ n ਸਕੁਅਰ ਪਲੱਸ n ਤੋਂ ਹਰੇਕ ਟਰਮ ਜਿਹੜੀ ਹੈ ਉਹ ਬੜੀ ਹੈ। ਸੋ ਫਿਰ ਇਹੀ ਕੰਪੈਰੀਜ਼ਨ ਅਸੀਂ ਬਣਾਵਾਂਗੇ, ਇਸ ਵਾਰ ਬੜੇ ਦੀ ਫਾਰਮ ਚ ਬਣਾਉਣਾ ਹੈ, ਗ੍ਰੇਟਰ ਦੈਨ ਔਰ ਇਕੁਅਲ ਟੂ ਦੀ ਫਾਰਮ ਚ। ਤਾਂ ਇਹ ਬੜਾ ਹੈਗਾ ਕਿਸ ਤੋਂ, ਲਾਸਟ ਟਰਮ ਤੋਂ ਰੂਟ n ਸਕੁਅਰ ਪਲੱਸ n ਤੋਂ। ਇਸੇ ਤਰ੍ਹਾਂ ਜਿਹੜੀ ਸੈਕਿੰਡ ਟਰਮ ਹੈ ਰੂਟ n ਸਕੁਅਰ ਪਲੱਸ 2 ਉਹ ਵੀ ਬੜੀ ਹੈਗੀ ਹੈ 1 ਬਾਈ ਰੂਟ n ਸਕੁਅਰ ਪਲੱਸ n ਤੋਂ। ਇਸੇ ਤਰ੍ਹਾਂ ਲਾਸਟ ਟਰਮ ਉਹ ਆਪਣੇ ਆਪ ਤੋਂ ਵੀ ਆਪਾਂ ਗ੍ਰੇਟਰ ਦੈਨ ਔਰ ਇਕੁਅਲ ਟੂ ਲਿਖ ਸਕਦੇ ਹਾਂ, ਐਵੇਂ ਆ ਗਿਆ। ਸੋ ਇਹਨਾਂ ਦਾ ਵੀ ਜੇ ਆਪਾਂ ਟੋਟਲ ਕਰੀਏ ਉਹ ਕਿੰਨਾ ਬਣਦਾ ਹੈ n ਬਾਈ ਰੂਟ n ਸਕੁਅਰ ਪਲੱਸ n। ਸੋ ਪੂਰੇ ਕੁਐਸਚਨ ਨੂੰ ਅਗਰ ਅਸੀਂ ਧਿਆਨ ਨਾਲ ਆਬਜ਼ਰਵ ਕਰੀਏ ਤਾਂ ਸਾਡੇ ਕੋਲ ਕੀ ਨਿਕਲ ਕੇ ਆ ਰਿਹਾ ਹੈਗਾ ਕਿ an ਸਾਡੇ ਕੋਲ ਕਿਹੜੀਆਂ ਦੋ ਟਰਮਸ ਦੇ ਵਿੱਚ ਫਿੱਟ ਬੈਠ ਰਿਹਾ ਹੈਗਾ,
ਜਿਹੜਾ ਸਾਡਾ an ਹੈ ਉਹ ਆਹ ਵਾਲੀਆਂ ਦੋ ਟਰਮਸ ਦੇ ਵਿੱਚ ਫਿਟ ਬੈਠ ਰਿਹਾ an less than or equal to ਕੀ ਆਇਆ n by root n square plus 1 और greater than or equal to ਕੀ आया n by root n square plus n. So this is our bn and this is our cn. bn ਦੀ लिमिट सॉल्व करिए जरा कितनी आएगी देखो लिमिट n approaches infinity n by root n square plus n. So लिमिट सॉल्व करन दे लई n न्यू रूट दे विचों अगर कॉमन लेना है सो n स्क्वायर कॉमन होया मतलब ये एवें बनेगा. सो लिमिट कितनी आ गई तुसी चेक कर सकते हो 1 क्योंकि ये 1 by n 0 हो जाएगा. सिमिलरली दूसरे वाला जो सॉल्व करना है ओदी लिमिट सॉल्व करनी है रूट n स्क्वायर प्लस 1 लिमिट n अप्रोचेस इन्फिनिटी. सो n कॉमन आया और इसमें भी n स्क्वायर दा रूट n बन गया. सो 1 प्लस 1 बाय n स्क्वायर ये कैंसल हो गया. ਇਹਦੀ भी लिमिट कितनी आई 1. इसका मतलब ये दोवें दे दोवें किनू अप्रोच करते पे हैं 1 नू. ये भी 1 नू अप्रोच कर रहा है ये भी 1 नू अप्रोच कर रहा है. सो इसे करके साडा जिहड़ा an हैगा वो भी किनू अप्रोच करेगा 1 नू अप्रोच करेगा. So in this way you can prove these questions.